ਹਥਿਆਰਬੰਦ ਸੰਘਰਸ਼ ਵਿੱਚ ਇੱਕ ਪੀੜ੍ਹੀ ਦੀ ਅਸੀਂ ਪੂਰੀ ਦੀ ਪੂਰੀ ਖਾਤਮਾ ਕਰਕੇ ਬੈਠੇ ਹਾਂ ਆਪਣੀ ਦਾ। ਜੇ ਤੋਂ ਸਬਕ ਨਹੀਂ ਲੈਣੇ ਤਾਂ ਫਿਰ ਮਤਲਬ ਫਿਰ ਇੱਕ ਵਾਰੀ ਕਰਕੇ ਦੇਖ ਲੈਣਾ ਚਾਹੀਦਾ। ਜਿਹੜੇ ਮਾੜੇ ਮੋਟੇ ਕੰਮ ਦੇ ਸੀ ਉਹ ਬਾਹਰ ਚਲੇ ਗਏ। ਮਾੜੇ ਮੋਟੇ ਕੰਮ ਦੇ ਮੈਂ ਤਾਂ ਕਹਿੰਦਾ ਕਿ ਬਾਹਰ ਜਾ ਕੇ ਵੀ ਸਾਡੇ ਉਹੀ ਕਰਤੂਤਾਂ ਕਰਨ ਲੱਗੇ ਹੋਏ ਜਿੱਥੇ ਪਹੁੰਚੇ ਜੋ ਪੰਜਾਬੀ ਇੱਥੇ ਕਰਦੇ ਯੰਗਸਟਰ ਉਹ ਕੁਛ ਜਾ ਕੇ ਮਾਹੌਲ ਘੱਟੋ ਘੱਟ ਹੋਰ ਨਹੀਂ ਤਾਂ ਕੈਨੇਡਾ ਦਾ ਮਾਹੌਲ ਤਾਂ ਇਹੋ ਜਿਹਾ ਉਹਨਾਂ ਨੇ ਕਰ ਹੀ ਦਿੱਤਾ। ਹੁਣ ਤਾਂ ਲੱਖਾਂ ਨਾਲ ਜਿਹੜੀਆਂ ਫੀਸਾਂ ਜਿਹੜੀਆਂ ਹੈਗੀਆਂ ਭਰ ਕੇ ਵੀ ਜਿਹੜੀਆਂ ਡਿਗਰੀਆਂ ਜਿਹੜੀਆਂ ਦੇਣ ਵਾਸਤੇ ਕੌਣ ਬੈਠੇ ਆ। ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਲਾ ਲਓ, ਇਹ ਮਿਠਾਈ ਦਾ ਵਪਾਰ ਕਰਦੇ ਕਰਦੇ ਜਿਨ੍ਹਾਂ ਦੀ ਕੋਈ ਅਕੈਡਮਿਕ ਬੈਕਗਰਾਊਂਡ ਹੀ ਨਹੀਂ ਹੈਗੀ ਉਹ ਯੂਨੀਵਰਸਿਟੀ ਖੋਲ੍ਹ ਕੇ ਬੈਠੇ ਆ। ਚੰਡੀਗੜ੍ਹ ਯੂਨੀਵਰਸਿਟੀ ਵਿੱਚ ਜਿੱਥੇ ਪਿੱਛੇ ਹੁਣ ਬੜਾ ਰੌਲਾ ਪਿਆ ਹੋਇਆ ਸੀਗਾ, ਠੀਕ ਹੈ, ਇਹ ਲੋਕ ਜਿਹੜੇ ਨਸ਼ਿਆਂ ਦੇ ਵਪਾਰ ਕਰਦੇ ਕਰਦੇ ਪੁਰਾਣੀ ਬੈਕਗਰਾਊਂਡ ਇਹਨਾਂ ਦੀ ਇਹ ਹੈ, ਅੱਜ ਯੂਨੀਵਰਸਿਟੀ ਖੋਲ੍ਹ ਕੇ ਬੈਠੇ ਆ। ਸਾਹਿਤਕਾਰ ਸਾਡਾ ਜਿਹੜਾ ਹੈਗਾ ਬੁੱਧੀਜੀਵੀ ਹੈਗਾ ਬਹੁਤ ਦੇਰ ਤੋਂ ਆਪਣੀ ਜਿਹੜੀ ਹੈਗੀ ਹੈ ਜਿਹੜੀ ਡਿਊਟੀਆਂ ਛੱਡ ਕੇ ਬੈਠੇ ਆ ਅਤੇ ਗੋਸ਼ਟੀਆਂ ਦੇ ਵਿੱਚੋਂ ਤਾਂ ਵਿਚਾਰਾਂ ਵਿੱਚੋਂ ਤਾਂ ਕੁਛ ਨਿਕਲਦਾ ਨਹੀਂ ਪ੍ਰੈਕਟੀਕਲੀ ਜੇ ਕੁਛ ਹੋਵੇ। ਪਹਿਲਾਂ ਨਸ਼ਿਆਂ ਦੇ ਹਾਲਾਤ ਵਿੱਚ ਇਕੱਲੇ ਮੁੰਡਿਆਂ ਨੂੰ ਆਪਾਂ ਦੇਖਦੇ ਸੀ, ਅੱਜ ਕੱਲ੍ਹ ਕੁੜੀਆਂ ਵੀ ਸੜਕਾਂ 'ਤੇ ਤੁਰੀਆਂ ਫਿਰਦੀਆਂ। ਤਾਂ ਇਹ ਇਸ ਸਰਕਾਰ ਦਾ ਫੇਲਰ ਹੈ ਨਵੀਂ ਦਾ ਕਿ ਜਿਹਨੇ 7 ਮਹੀਨਿਆਂ ਦੇ ਵਿੱਚ ਵੀ ਆਪਣਾ ਐਡਾ ਵੱਡਾ ਜਲੂਸ ਕੱਢ ਲਿਆ ਅਤੇ ਕਿਸੇ ਤਰ੍ਹਾਂ ਦਾ ਕੰਟਰੋਲ ਨਹੀਂ ਹੈਗਾ। ਹੁਣ ਮੁਕਾਬਲੇ ਬਣਾਉਣੇ ਸ਼ੁਰੂ ਕਰ ਦਿੱਤੇ ਆ, ਕਿੱਡੀਆਂ ਵੱਡੀਆਂ ਵਾਰਦਾਤਾਂ ਹੋਈਆਂ। ਤਾਂ ਸਾਰੇ ਪੱਖਾਂ ਤੋਂ ਇਸ ਸਰਕਾਰ ਦਾ ਵੀ ਫੇਲਰ ਜਿਹੜਾ ਹੈਗਾ ਇਹਨਾਂ ਨੇ 6 ਮਹੀਨਿਆਂ ਦੇ ਵਿੱਚ ਹੀ ਦੱਸ ਦਿੱਤਾ ਕਿ ਅਸੀਂ ਉਹਨਾਂ ਦੇ ਹੀ ਪੈਰੋਕਾਰ ਹਾਂ ਜਿਹੜੇ ਕਿ ਪਹਿਲਾਂ ਰਹੇ ਸੀਗੇ। ਜੋ ਕੁਝ 47 ਵੇਲੇ ਹੋਇਆ, ਜੋ ਕੁਝ 84 ਵੇਲੇ ਹੋਇਆ, 80 ਤੋਂ ਬਾਅਦ ਦੇ ਜਿਹੜੇ ਹਾਲਾਤ ਸੀ ਅੱਜ ਫਿਰ ਉਹਨੂੰ ਦੁਹਰਾਉਣ ਵੱਲ ਸਾਰੇ ਜਿਹੜਾ ਰੁਝਾਨ ਹੈਗਾ ਦੇਖੇ ਜਾ ਰਹੇ। ਅਲੱਗ-ਅਲੱਗ ਪਿੰਜਰੇ ਬਣਾ ਦਿੱਤੇ ਗਏ ਆ, ਉਹਨਾਂ ਪਿੰਜਰਿਆਂ ਦੇ ਵਿੱਚ ਉਹ ਬੈਠ ਕੇ ਬੜੀਆਂ ਆਪਦੀਆਂ ਗੋਸ਼ਟੀਆਂ ਕਰਦੇ ਆ, ਬੜੀਆਂ ਮਤਲਬ ਕਿਤਾਬਾਂ ਰਿਲੀਜ਼ ਹੁੰਦੀਆਂ, ਕਵਿਤਾਵਾਂ ਪੜ੍ਹੀਆਂ ਜਾਂਦੀਆਂ ਜਿਵੇਂ ਕਿ ਇੱਥੇ ਪੰਜਾਬ ਦੇ ਵਿੱਚ ਬਹੁਤ ਸਭ ਕੁਝ ਚੰਗਾ ਹੋ ਰਿਹਾ ਹੋਵੇ। ਉਹ ਐਨਕਾਂ ਲਾਈਆਂ ਹੋਈਆਂ ਇਹਨਾਂ ਨੇ, ਠੀਕ ਆ, ਕਹਿੰਦੇ ਸਾਉਣ ਦਾ ਅੰਨਾ ਜਿਹੜਾ ਉਹਨੂੰ ਸਭ ਕੁਝ ਹਰਾ ਦਿਸਦਾ ਤਾਂ ਉਹਨਾਂ ਦੇ ਹਰੀਆਂ ਐਨਕਾਂ ਲੱਗੀਆਂ ਹੋਈਆਂ ਤਾਂ ਕਿ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ। ਉਹ ਜਿਹੜਾ ਪੰਜਾਬ ਡਿਊਟੀ ਉਹਨਾਂ ਦੀ ਹੈਗੀ ਸੀ ਇਹਨਾਂ ਚੀਜ਼ਾਂ ਨੂੰ ਵਾਚ ਕਰਨਾ। ਤੁਸੀਂ ਬਹੁਤ ਨੇੜੇ ਤੋਂ, ਤੁਸੀਂ ਤਾਂ ਵੱਡੇ ਰੈਂਕ 'ਤੇ ਰਹਿ ਕੇ ਵੀ ਹੈ ਨਾ ਕੰਮ ਵੀ ਕੀਤਾ ਲੋਕਾਂ ਦੇ ਲਈ। ਤਾਂ ਜਿਵੇਂ ਹੁਣ ਅੱਜ ਨਸ਼ੇ ਦੀ ਬਹੁਤ ਵੱਡੀ ਕਹਿ ਲਈਏ ਸਮੱਸਿਆ ਬਣੀ ਹੋਈ ਹੈ ਲੋਕਾਂ ਦੇ ਲਈ, ਖਾਸ ਕਰਕੇ ਚਿੱਟੇ ਦੀ ਸਮੱਸਿਆ, ਇਹਨੂੰ ਕਿਵੇਂ ਦੇਖਦੇ ਹੋ? ਕੀ ਇਹਦੇ ਵਿੱਚ ਕਾਰਨ ਲੱਗਦੇ ਆ ਕਿ ਕਿਉਂ ਇਹ ਸਮੱਸਿਆ ਖਤਮ ਨਹੀਂ ਹੋ ਰਹੀ? ਸਮੱਸਿਆ ਹੋਊਗੀ ਤਾਂ ਖਤਮ ਹੋਊਗੀ ਨਾ, ਸਮੱਸਿਆ ਹੈ ਹੀ ਨਹੀਂ ਤਾਂ ਵਪਾਰ ਹੈ। ਜੇ ਇੱਕ ਵਪਾਰ ਹੈ, ਵਪਾਰੀ ਹੈ, ਉਹਦੇ ਨਾਲ ਕਿਸੇ ਨੂੰ ਮਤਲਬ ਉਸ ਵਪਾਰ ਦਾ ਫਾਇਦਾ ਨੁਕਸਾਨ ਹੋ ਰਿਹਾ, ਕਿਸੇ ਨੇ ਕਿਸੇ ਤੋਂ ਕੀ ਲੈਣਾ। ਜਿਨ੍ਹਾਂ ਵਪਾਰੀਆਂ ਨੂੰ ਇਹਦੇ ਬੈਨੀਫਿਟ ਹੋ ਰਹੇ ਹੈ ਉਹਨਾਂ ਵਾਸਤੇ ਜਿਹੜਾ ਸੌਦਾ ਨਫੇ ਦਾ ਸੌਦਾ, ਅਤੇ ਇਸ ਕਰਕੇ ਇਹਦੇ ਬਾਰੇ ਇਹਦੇ ਖਤਮ ਕਰਨ ਬਾਰੇ ਜਾਂ ਇਹਦੇ ਬਾਰੇ ਕੌਣ ਇਫੈਕਟ ਹੋ ਰਿਹਾ ਹੈ, ਕੀ ਸਟੇਟ ਦਾ ਨੁਕਸਾਨ ਹੋ ਰਿਹਾ, ਇਹਨਾਂ ਨੂੰ ਵਿਚਾਰਨ ਵਾਸਤੇ ਤਾਂ ਜਿਹੜੀ ਕਲਾਸ ਸੀ ਉਹ ਤਾਂ ਖਤਮ ਹੀ ਹੋ ਗਈ। ਇਹ ਲੋਕ ਜਿਹੜੇ ਜਿਨ੍ਹਾਂ ਦੇ ਹੱਥ 'ਚ ਐਡਮਿਨਿਸਟ੍ਰੇਸ਼ਨ ਹੈ ਇਹ ਵਪਾਰੀ ਹੋ ਗਏ ਸਾਰੇ ਦੇ ਚਾਰੇ ਅੰਗ ਮੈਂ ਪਹਿਲਾਂ ਕਹਿ ਕੇ ਹਟਿਆ। ਜਿਹੜੇ ਲੋਕਾਂ ਨੇ ਜਗਾਉਣ ਦਾ ਕੰਮ ਕਰਨਾ ਸੀ, ਸਾਡੇ ਬੁੱਧੀਜੀਵੀ ਵਗੈਰਾ ਜਿਹੜੇ ਚਿੰਤਕ ਹੈਗੇ ਆ, ਜਿਹੜੇ ਸੋ ਕਾਲਡ ਆਪਾਂ ਕਹਿੰਦੇ ਕਿ ਆਪਾਂ ਇਹੋ ਜਿਹੇ ਸਮੇਂ ਵਿੱਚ ਸਮਾਜ ਨੂੰ ਉਠਾਉਂਦੇ ਆ, ਉਹ ਆਪਣੇ ਫਰਜ਼ ਭੁੱਲੇ ਹੋਏ ਆ। ਉਹ ਵੱਖਰੀਆਂ ਦੁਕਾਨਾਂ ਉਹਨਾਂ ਨੂੰ ਖੋਲ੍ਹ ਕੇ ਦਿੱਤੀਆਂ ਹੋਈਆਂ, ਭਾਵੇਂ ਉਹ ਸਾਹਿਤ ਅਕਾਦਮੀ ਦੇ ਨਾਂ 'ਤੇ ਲਾ ਲਓ ਜਾਂ ਹੋਰ ਕੋਈ ਧਾਰਮਿਕ ਜਿਹੜੀਆਂ ਚੀਜ਼ਾਂ ਉਹਨਾਂ ਦੇ ਨਾਮ 'ਤੇ ਲਾ ਲਓ। ਅਲੱਗ-ਅਲੱਗ ਕੈਟੇਗਰਾਈਜ਼ ਕਰਕੇ ਜਿਹੜੇ ਵੱਖਰੇ ਪਿੰਜਰੇ ਬਣਾ ਕੇ ਜਿਹੜੇ ਬੁੱਧੀਜੀਵੀ ਸਾਡੇ ਉਹਨਾਂ ਨੇ ਉਹਦੇ 'ਚ ਤਾੜੇ ਹੋਏ ਆ, ਉਹਦੇ ਵਿੱਚ ਬੈਠੇ ਆਪਣੀਆਂ ਗੋਸ਼ਟੀਆਂ ਕਰੀ ਜਾਂਦੇ ਆ, ਵਿਚਾਰਾਂ ਕਰੀ ਜਾਂਦੇ ਆ, ਉਹਦਾ ਆਊਟਕਮ ਤਾਂ ਕੋਈ ਨਿਕਲਦਾ ਨਹੀਂ ਹੈਗਾ। ਇਸ ਕਰਕੇ ਸਾਰੇ ਅੰਗ ਜਿਹੜੇ ਹੈਗੇ ਆ ਉਹਨੂੰ ਮਤਲਬ ਲਕਵਾ ਮਾਰਿਆ ਹੋਇਆ। ਤਾਂ ਜਿਹੜਾ ਇਹਦੇ ਪਿੱਛੇ ਜਿਹੜਾ ਡੂੰਘੀਆਂ ਸਾਜ਼ਿਸ਼ਾਂ ਜਿਹੜੀਆਂ ਹੈਗੀਆਂ ਸਟੇਟ ਨਾਲ ਪਹਿਲਾਂ ਪੁਰਾਣੀਆਂ ਵੀ ਚੱਲਦੀਆਂ ਰਹੀਆਂ ਸੀ, ਹੁਣ ਵੀ ਜਿਹੜੀਆਂ ਚੱਲਦੀਆਂ ਦਿਖਾਈਆਂ ਦੇ ਰਹੀਆਂ। ਜੋ ਕੁਝ 47 ਵੇਲੇ ਹੋਇਆ, ਜੋ ਕੁਝ 84 ਵੇਲੇ ਹੋਇਆ, 80 ਤੋਂ ਬਾਅਦ ਦੇ ਜਿਹੜੇ ਹਾਲਾਤ ਸੀ ਅੱਜ ਫਿਰ ਉਹਨੂੰ ਦੁਹਰਾਉਣ ਵੱਲ ਸਾਰੇ ਜਿਹੜਾ ਰੁਝਾਨ ਹੈਗਾ ਦੇਖੇ ਜਾ ਰਹੇ ਆ। ਤਾਂ ਦੇਖਦੇ ਆਉਣ ਵਾਲੇ ਸਮੇਂ 'ਚ ਕੀ ਬਣਦਾ। ਜਿੱਦਾਂ ਦੇ ਜੀ ਹਾਲਾਤ ਬਣ ਰਹੇ ਆ, ਮਾੜੇ ਹਾਲਾਤ ਬਣ ਰਹੇ ਆ, ਤਾਂ ਉਹਦੇ ਲਈ ਕੀ ਕਰਨਾ ਚਾਹੀਦਾ? ਲੋਕਾਂ ਨੂੰ ਕੀ ਕਰਨਾ ਚਾਹੀਦਾ? ਜਿਵੇਂ ਇੱਕ ਆਵਾਜ਼ ਇਹ ਵੀ ਉੱਠ ਰਹੀ ਆ ਕਿ ਹਥਿਆਰਬੰਦ ਘੋਲ ਵੀ ਲੜਨਾ ਚਾਹੀਦਾ, ਸ਼ਾਂਤਮਈ ਅੰਦੋਲਨ ਲੜਨਾ ਚਾਹੀਦਾ, ਜਾਂ ਕੁਛ ਇੱਦਾਂ ਦਾ ਲੜਨਾ ਚਾਹੀਦਾ? ਕੀ ਲੱਗਦਾ ਤੁਹਾਨੂੰ ਕਿ ਕਿਹੋ ਜਿਹੀ ਵਿਚਾਰ ਚਰਚਾ ਹੋਣੀ ਚਾਹੀਦੀ, ਕਿਹੋ ਜਿਹੀ ਗੱਲਬਾਤ ਹੋਣੀ ਚਾਹੀਦੀ ਇੱਥੇ? ਹਥਿਆਰਬੰਦ ਸੰਘਰਸ਼ ਵਿੱਚ ਇੱਕ ਪੀੜ੍ਹੀ ਦੀ ਅਸੀਂ ਪੂਰੀ ਦੀ ਪੂਰੀ ਖਾਤਮਾ ਕਰਕੇ ਬੈਠੇ ਹਾਂ ਆਪਣੀ ਦਾ। ਜੇ ਤੋਂ ਸਬਕ ਨਹੀਂ ਲੈਣੇ ਤਾਂ ਫਿਰ ਮਤਲਬ ਫਿਰ ਇੱਕ ਵਾਰੀ ਕਰਕੇ ਦੇਖ ਲੈਣਾ ਚਾਹੀਦਾ, ਕਿਉਂਕਿ ਉਹ ਪੀੜ੍ਹੀ ਤਾਂ ਸਾਡੀ ਫਿਰ ਜਾਗਦੀ ਅਤੇ ਕੋਈ ਤੰਦਰੁਸਤ ਅਤੇ ਜਿਉਂਦੀ ਜਾਗਦੀ ਉਹ ਕਿਸੇ ਉਹ ਕਾਬਲ ਸੀਗੀ। ਹੁਣ ਤਾਂ ਸਾਡੀ ਪੀੜ੍ਹੀ ਦੇ ਕੋਲ ਹੈ ਹੀ ਕੁਝ ਨਹੀਂ ਗਾ। ਨਸ਼ਿਆਂ ਨੇ ਸਾਨੂੰ ਬਿਲਕੁਲ ਡੈਮੇਜ ਕੀਤਾ ਹੋਇਆ। ਜਿਹੜੇ ਮਾੜੇ ਮੋਟੇ ਕੰਮ ਦੇ ਸੀ ਉਹ ਬਾਹਰ ਚਲੇ ਗਏ। ਮਾੜੇ ਮੋਟੇ ਕੰਮ ਦੇ ਮੈਂ ਤਾਂ ਕਹਿੰਦਾ ਕਿ ਬਾਹਰ ਜਾ ਕੇ ਵੀ ਸਾਡੇ ਉਹੀ ਕਰਤੂਤਾਂ ਕਰਨ ਲੱਗੇ ਹੋਏ ਜਿੱਥੇ ਪਹੁੰਚੇ ਜੋ ਪੰਜਾਬੀ ਇੱਥੇ ਕਰਦੇ ਯੰਗਸਟਰ ਉਹ ਕੁਛ ਜਾ ਕੇ ਮਾਹੌਲ ਘੱਟੋ ਘੱਟ ਹੋਰ ਨਹੀਂ ਤਾਂ ਕੈਨੇਡਾ ਦਾ ਮਾਹੌਲ ਤਾਂ ਇਹੋ ਜਿਹਾ ਉਹਨਾਂ ਨੇ ਕਰ ਹੀ ਦਿੱਤਾ। ਤਾਂ ਇਸ ਕਰਕੇ ਜਿਹੜਾ ਅੱਜ ਦਾ ਜਿਹੜਾ ਯੂਥ ਹੈ ਉਹ ਵੀ ਮਤਲਬ ਡੈਮੇਜਡ ਹੈ। ਮੈਂ ਉਹਦਾ ਕਸੂਰ ਨਹੀਂ ਕਹਿੰਦਾ, ਉਹ ਕਸੂਰ ਉਹਦੇ ਵਿੱਚ ਸੀਨੀਅਰਸ ਦਾ ਹੈਗਾ, ਸਾਡੇ ਲੋਕਾਂ ਦਾ ਹੈਗਾ, ਜਿਹੜੀ ਸਾਡੀ ਕਲਾਸ ਹੈਗੀ ਹੈ। ਇਹਨਾਂ ਨੇ ਉਸ ਜਨਰੇਸ਼ਨ ਨੂੰ ਸਹੀ ਸੇਧ ਨਹੀਂ ਦਿੱਤੀ ਤਾਂ ਉਹਦੇ ਕਰਕੇ ਯੂਥ ਡੈਮੇਜ ਹੈਗਾ। ਤਾਂ ਜਿਹੜੀ ਹਥਿਆਰਬੰਦ ਸੰਘਰਸ਼ ਹੁੰਦੇ ਆ ਇਹ ਤਾਂ ਮਤਲਬ ਪੂਰੀ ਦੀ ਪੂਰੀਆਂ ਜਨਰੇਸ਼ਨਾਂ ਖਾ ਜਾਂਦੇ ਆ। ਸਾਡੇ ਕੋਲ ਆਪਣਾ ਤਜਰਬਾ ਪੁਰਾਣਾ ਹੈਗਾ, ਅਤੇ ਜੇ ਫਿਰ ਵੀ ਹੁਣ ਲੋਕਾਂ ਨੇ ਇਸ ਭੁਲੇਖੇ ਵਿੱਚ ਚੱਲਣਾ
ਤੇ ਫਿਰ ਜਿਹੜੇ ਮੈਂ ਪਹਿਲਾਂ ਕਹਿ ਕੇ ਹਟਿਆ ਜਿਹੜੇ ਸਾਡੇ ਬੁੱਧੀਜੀਵੀ ਔਰ ਸਿਆਣੇ ਬੰਦੇ ਹੈ, ਜੇ ਇਸ ਟਾਈਮ ਨਹੀਂ ਗਾਈਡ ਕਰ ਸਕਦੇ ਯੂਥ ਨੂੰ ਤਾਂ ਯੂਥ ਕੀ ਕਰੂਗਾ? ਤਾਂ ਯੂਥ ਦਾ ਕੋਈ ਕਸੂਰ ਨਹੀਂ ਹੈਗਾ। ਹਮੇਸ਼ਾ ਉਹਨਾਂ ਨੂੰ ਤਾਂ ਦੁਕਾਨਾਂ ਖੋਲ੍ਹ ਕੇ ਦਿੱਤੀਆਂ ਜਾਂਦੀਆਂ, ਵੱਖਰੀਆਂ ਵੱਖਰੀਆਂ ਪ੍ਰਲੋਭਨ ਦਿੱਤੇ ਜਾਂਦੇ, ਅਤੇ ਉਹ ਅਟਰੈਕਟ ਹੋਣਗੇ ਹੀ ਨਾ ਜੇ ਉਹਨਾਂ ਕੋਲ ਅਕਲ ਦੀ ਗੱਲ ਹੋਊਗੀ, ਸੋਚ ਹੋਊਗੀ। ਜਾਂ ਤਾਂ ਆਪ ਸੋਚਣਗੇ, ਜਾਂ ਆਪਣੇ ਮਾਂ-ਬਾਪ ਤੋਂ ਪੁੱਛ ਲੈਣਗੇ, ਜਾਂ ਆਪਣੇ ਟੀਚਰਾਂ ਤੋਂ ਪੁੱਛ ਲੈਣਗੇ, ਜਾਂ ਹੋਰ ਸਮਾਜ ਦੇ ਸਿਆਣੇ ਬੰਦਿਆਂ ਨਾਲ ਸਲਾਹ ਕੀਤੀ ਜਾ ਸਕਦੀ ਹੈ। ਪਰ ਉਹਦੇ ਵਾਸਤੇ ਇੱਕ ਵਿਜ਼ਨ ਦੀ ਲੋੜ ਹੈ, ਜਿਹੜਾ ਅੱਜ ਦੇ ਯੂਥ ਵਿੱਚੋਂ ਸਿਆਣਿਆਂ ਦੀ ਕਮੀ ਕਰਕੇ ਹੈ। ਕੋਈ ਯੂਥ ਦੀ ਗਲਤੀ ਨਹੀਂ ਹੈਗੀ ਇਹਦੇ ਵਿੱਚ, ਜਿਹੜਾ ਮਤਲਬ ਸੋ ਕਾਲਡ ਸਾਡੇ ਇਸ ਟਾਈਮ ਸੀਨੀਅਰ ਲੋਕ ਬੈਠੇ ਹੈ ਸਾਰੇ, ਮਤਲਬ ਉਹਨਾਂ ਦੀ ਜ਼ਿੰਮੇਵਾਰੀ। ਇਸ ਕਰਕੇ ਯੂਥ ਦਾ ਨੁਕਸਾਨ ਹੋਇਆ। ਤਾਂ ਹੀ ਇਹ ਦੁਕਾਨਾਂ ਜਿਹੜੀਆਂ ਹੁਣ ਦੁਬਾਰਾ ਖੁੱਲ੍ਹਣ ਨੂੰ ਫਿਰਦੀਆਂ, ਉਹਨਾਂ ਵਾਸਤੇ ਜਿਹੜੇ ਉਹਨਾਂ ਨੂੰ ਕਸਟਮਰ ਜਿਹੜੇ ਹੈਗੇ ਆ ਬੜੇ ਆਰਾਮ ਨਾਲ ਮਿਲ ਜਾਂਦੇ, ਕਿਉਂਕਿ ਸਾਡਾ ਯੂਥ ਭਟਕਿਆ ਹੋਇਆ ਹੈ। ਅਨਪੜ੍ਹਤਾ ਜਿਹੜੀ ਹੈਗੀ ਹੈ, ਜਿਹੜੀ ਅੱਜ ਦੀ ਪੜ੍ਹਾਈ ਹੈ, ਉਹ ਵੀ ਅਨਪੜ੍ਹਾਂ ਵਰਗੀ ਹੈ। ਉਹ ਜਿਹੜੀ ਸਿਰਫ ਇਹਨਾਂ ਨੂੰ ਇੱਕ ਲਿਮਟਿਡ 5-7 10,000 15,000 ਦੀ ਨੌਕਰੀ ਦੇਣ ਤੱਕ ਦੀ ਇੱਕ ਪੜ੍ਹਾਈ ਹੈ, ਉਹ ਵੀ ਇੰਡੀਆ ਦੇ ਵਿੱਚ। ਬਾਹਰ ਜਾ ਕੇ ਇਹਨਾਂ ਡਿਗਰੀਆਂ ਦੀ ਵੀ ਕੋਈ ਵੈਲਿਊ ਨਹੀਂ ਹੈਗੀ। ਅਤੇ ਸਾਰੀਆਂ ਸਾਜ਼ਿਸ਼ਾਂ ਹੋਈਆਂ ਵੀ ਆ, ਸਾਰੇ ਸਿਸਟਮ ਨੂੰ ਸਾਨੂੰ ਮਾਰਿਆ ਗਿਆ। ਤੋ ਐਜੂਕੇਸ਼ਨ ਵਾਲੇ ਪਾਸਿਓਂ, ਹੈਲਥ ਵਾਲੇ ਪਾਸਿਓਂ, ਨਸ਼ਿਆਂ ਵਾਲਾ ਜਿਹੜਾ ਹੈਗਾ, ਇਹ ਸਾਰੀਆਂ ਸਾਜ਼ਿਸ਼ਾਂ ਕਰਕੇ ਅੱਜ ਜਿਹੜੀ ਸਟੇਟ ਹੈ ਸਾਡੀ, ਉਹਦੀ ਹਾਲਤ ਇੰਨੀ ਮਾੜੀ ਹੋਈ ਹੈ ਤਾਂ ਕਿ ਇਹ ਜਿਹੀਆਂ ਹਾਲਾਤਾਂ ਜਿਹੜੇ ਹੁਣ ਫਿਰ ਬਣਦੇ ਫਿਰਦੇ ਆ, ਉਹਦਾ ਬਾਈ ਪ੍ਰੋਡਕਟ ਹੈ। ਜੇ ਤੁਸੀਂ ਅਵੇਲੇਬਿਲਿਟੀ ਤੁਹਾਡੇ ਕੋਲ ਇਸ ਤਰ੍ਹਾਂ ਦੇ ਯੂਥ ਦੀ ਹੈਗੀ ਹੈ, ਤਾਂ ਮਤਲਬ ਜਿਸਨੂੰ ਕਿ ਉਹਦੇ ਆਪਣੇ ਨੇ ਨਹੀਂ ਸੰਭਾਲਿਆ, ਅਤੇ ਕੱਲ੍ਹ ਨੂੰ ਮਿਸਗਾਈਡ ਹੋਣਗੇ ਤਾਂ ਉਹਦੇ 'ਚ ਕਸੂਰ ਵੀ ਕਿਸ ਦਾ। ਸੋ ਬੈਡ ਸ਼ੇਪ ਹੈ ਬੜੀ ਜੀ। ਅੱਛਾ, ਜਿਵੇਂ ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ ਹੈ ਜੀ, ਤਾਂ ਐਜੂਕੇਸ਼ਨ 'ਤੇ ਕਿਵੇਂ ਤੁਹਾਨੂੰ ਲੱਗਦਾ ਕਿ ਕੰਟਰੋਲ ਆ? ਕੀ ਐਜੂਕੇਸ਼ਨ ਦੇ ਜਿਹੜਾ ਜੋ ਸਿਲੇਬਸਾਂ 'ਚ ਪੜ੍ਹਾਇਆ ਜਾਂਦਾ ਉਹਦੇ 'ਤੇ ਕੰਟਰੋਲ ਆ, ਜਾਂ ਕੋਈ ਆਸੇ-ਪਾਸੇ ਇੱਦਾਂ ਦਾ ਮਾਹੌਲ ਬਣਾਇਆ ਜਾਂਦਾ ਕਿ ਉਧਰ ਧਿਆਨ ਨਹੀਂ ਜਾਂਦਾ? ਨਹੀਂ ਜੀ, ਐਜੂਕੇਸ਼ਨ ਦਾ ਸਿਸਟਮ ਹੀ ਖਤਮ ਕਰਤਾ ਹੈ। ਅੱਜ ਤੋਂ 30-40 ਸਾਲ ਪਹਿਲਾਂ ਜਦੋਂ ਅਸੀਂ ਲੋਕ ਸਰਕਾਰੀ ਸਕੂਲਾਂ 'ਚ ਵੀ ਪੜ੍ਹਦੇ ਸੀ, ਅਤੇ ਉੱਥੋਂ ਕੁਝ ਲੈ ਕੇ ਆਉਂਦੇ ਸੀਗੇ, ਅਤੇ ਹੁਣ ਤਾਂ ਲੱਖਾਂ ਜਿਹੜੀਆਂ ਫੀਸਾਂ ਜਿਹੜੀਆਂ ਹੈਗੀਆਂ ਭਰ ਕੇ ਵੀ ਜਿਹੜੀਆਂ ਡਿਗਰੀਆਂ ਜਿਹੜੀਆਂ ਦੇਣ ਵਾਸਤੇ ਕੌਣ ਬੈਠੇ ਆ? ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਲਾ ਲਓ, ਇਹ ਮਿਠਾਈ ਦਾ ਵਪਾਰ ਕਰਦੇ ਜਿਨ੍ਹਾਂ ਦੀ ਕੋਈ ਅਕੈਡਮਿਕ ਬੈਕਗਰਾਊਂਡ ਹੀ ਨਹੀਂ ਹੈਗੀ, ਉਹ ਯੂਨੀਵਰਸਿਟੀ ਖੋਲ੍ਹ ਕੇ ਬੈਠੇ ਆ। ਚੰਡੀਗੜ੍ਹ ਯੂਨੀਵਰਸਿਟੀ ਵਿੱਚ ਜਿੱਥੇ ਪਿੱਛੇ ਹੁਣ ਬੜਾ ਰੌਲਾ ਪਿਆ ਹੋਇਆ ਸੀਗਾ, ਠੀਕ ਹੈ, ਇਹ ਲੋਕ ਜਿਹੜੇ ਨਸ਼ਿਆਂ ਦੇ ਵਪਾਰ ਕਰਦੇ ਪੁਰਾਣੀ ਬੈਕਗਰਾਊਂਡ ਇਹਨਾਂ ਦੀ ਇਹ ਹੈ, ਅੱਜ ਯੂਨੀਵਰਸਿਟੀ ਖੋਲ੍ਹ ਕੇ ਬੈਠੇ ਆ। ਅਤੇ ਇਹ ਜਿਹੜੇ ਹੈਗੇ ਆ ਇਹਨਾਂ ਵਪਾਰਾਂ ਵਾਸਤੇ ਤਾਂ ਯੂਥ ਦੀ ਹੀ ਲੋੜ ਹੈਗੀ ਹੈ। ਤਾਂ ਕਿਵੇਂ ਨਹੀਂ ਉਹ ਲੋਕ ਜਿਹਨਾਂ ਦੀ ਬੈਕਗਰਾਊਂਡ ਇਹ ਹੈ ਕਿ ਉਹ ਨਸ਼ਿਆਂ ਦੇ ਸੌਦਾਗਰ ਰਹੇ ਹੈ, ਅਤੇ ਅੱਜ ਉਹ ਯੂਨੀਵਰਸਿਟੀਆਂ ਖੋਲ੍ਹ ਕੇ ਤੇ ਉਹਨਾਂ ਕੋਲ ਹਜ਼ਾਰਾਂ ਸਟੂਡੈਂਟ ਪੜ੍ਹ ਰਹੇ, ਅਤੇ ਉਹ ਨਸ਼ਿਆਂ ਦਾ ਜਿਹੜਾ ਕਾਰੋਬਾਰ ਆਪਣਾ ਫੇਰ ਦੁਬਾਰਾ ਨਹੀਂ ਕਰ ਰਹੇ ਹੋਣਗੇ। ਤਾਂ ਜਦੋਂ ਇਹੋ ਜਿਹੇ ਹਾਲਾਤ ਹੋਣਗੇ, ਤਾਂ ਮਤਲਬ ਉਹ ਫਿਰ ਉਮੀਦ ਕੀਤੀ ਜਾਂਦੀ। ਚੰਡੀਗੜ੍ਹ ਯੂਨੀਵਰਸਿਟੀ ਸਾਡੀ ਜਿਹੜੀ ਪੰਜਾਬ ਯੂਨੀਵਰਸਿਟੀ ਹੈ, ਉਹ ਸਾਰੀ ਦੀ ਸਾਰੀ ਜਿਹੜੀ ਡੈਮੇਜ ਕਰ ਚੁੱਕੇ ਹਾਂ ਅਸੀਂ। ਉੱਥੇ ਪੰਜਾਬੀਅਤ ਨਾਮ ਦੀ ਕੋਈ ਚੀਜ਼ ਹੀ ਖਤਮ ਹੋ ਗਈ। ਜਿਹੜਾ ਪੰਜਾਬੀ ਦਾ ਉਹਦੇ 'ਤੇ ਗਲਬਾ ਸੀ, ਠੀਕ ਹੈ, ਪੰਜਾਬੀ ਉੱਥੇ ਜਿਹੜੀ ਫੈਕਲਟੀ ਸੀਗੀ ਜਾਂ ਹੋਰ ਚੀਜ਼ਾਂ ਸੀਗੀਆਂ, ਸਾਜ਼ਿਸ਼ ਤਹਿਤ ਸਾਰਾ ਕੁਛ ਉੱਥੇ ਖਤਮ ਕਰ ਦਿੱਤਾ ਗਿਆ। ਕੋਈ ਉੱਥੇ ਨਹੀਂ ਹੈ। ਇਵੇਂ ਪੰਜਾਬੀ ਯੂਨੀਵਰਸਿਟੀ ਦੀ ਵੀ ਬਹੁਤ ਜਿਹੜੀ ਮਾੜੀ ਹਾਲਤ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਬਾਰੇ ਮੈਨੂੰ ਨੌਲੇਜ ਘੱਟ ਹੈ, ਪਰ ਜਿੱਥੇ ਡੈਮੇਜ ਇਹਨਾਂ ਨੇ ਕੀਤਾ ਤਾਂ ਉਹਨੇ ਪੈਰਲਰ ਹੀ ਕੀਤਾ ਹੋਇਆ, ਅਤੇ ਉੱਥੇ ਵੀ ਹਾਲਾਤ ਕੋਈ ਬਹੁਤੇ ਵਧੀਆ ਨਹੀਂ ਹੋਣਗੇ। ਅਤੇ ਜਿਹੜੇ ਸਾਡੇ ਵਿੱਦਿਆ ਦੇ ਅਸਲ ਸਰੋਤ ਸੀਗੇ, ਉਹ ਸੁੱਕ ਗਏ ਉਹਨਾਂ ਦੇ ਵਿੱਚ। ਮਤਲਬ ਜਿਵੇਂ ਧਰਤੀ ਪੰਜਾਬ ਦੀ ਸੁੱਕ ਰਹੀ ਹੈ, ਉਵੇਂ ਥੱਲੇ ਮਤਲਬ ਇਹ ਸਰੋਤ ਵੀ ਜਿਹੜੇ ਸਾਡੇ ਸੁੱਕ ਗਏ, ਅਤੇ ਉਹਨੂੰ ਗਾਂ ਜ਼ਰਖੇਜ਼ ਬਣਾਉਣ ਵਾਸਤੇ, ਉਹਨੂੰ ਪਾਣੀ ਦੇਣ ਵਾਸਤੇ, ਉਹਨੂੰ ਮਤਲਬ ਉਹਨੂੰ ਠੀਕ ਕਰਨ ਵਾਸਤੇ ਜਿਹੜੀ ਕਲਾਸ ਦੀ ਜਿਹੜੀ ਜ਼ਰੂਰਤ ਸੀਗੀ, ਉਹ ਜਿਹੜੇ ਆਪਣੀ ਡਿਊਟੀ ਤੋਂ ਜਿਹੜੇ ਮੁਨਕਰ ਹੋ ਕੇ ਬਿਲਕੁਲ ਬੇਸ਼ਰਮੀ ਧਾਰੀ ਬੈਠੇ ਆ। ਅਤੇ ਉਹਦੇ ਰਿਜ਼ਲਟ ਫਿਰ ਇਸ ਤਰੀਕੇ ਨਾਲ ਆਉਣੇ ਚਾਹੀਦੇ ਸੀ। ਤੁਸੀਂ ਥੋੜ੍ਹੀ ਜਿਹੀ ਗੱਲ ਸਾਹਿਤਕਾਰਾਂ ਬਾਰੇ, ਬੁੱਧੀਜੀਵੀਆਂ ਬਾਰੇ ਵੀ ਕੀਤੀ ਹੈ ਜੀ। ਜਿਵੇਂ ਅੱਗੇ ਸੁਰਾਂ ਉੱਠਦੀਆਂ ਸੀ, ਖਾਸ ਕਰਕੇ ਆਪਾਂ ਦੇਖਿਆ ਜਾਵੇ ਤਾਂ ਪੰਜਾਬ ਦੇ ਵਿੱਚ ਬਾਬੇ ਨਾਨਕ ਤੋਂ ਪਹਿਲਾਂ ਵੀ ਇਸ ਤਰ੍ਹਾਂ ਦਾ ਸਾਹਿਤ ਵੀ ਰਚਿਆ ਗਿਆ, ਬਾਣੀ ਰਚੀ ਗਈ ਆ ਕਿ ਉਹ ਸੱਤਾ ਨੂੰ ਵੀ ਵੰਗਾਰਦੇ ਰਹੇ ਆ। ਜੇ ਕੋਈ ਇੱਦਾਂ ਦੀ ਗੱਲ ਲੱਗਦੀ ਆ ਉਹਨਾਂ ਨੂੰ ਤਾਂ ਉਹ ਵੰਗਾਰਦੇ ਰਹੇ ਆ। ਪਰ ਅੱਜ ਸਾਹਿਤਕਾਰ ਆ ਜਿਹੜੇ ਉਹ ਖਾਮੋਸ਼ ਜੇ ਬੈਠੇ ਆ। ਕੀ ਲੱਗਦਾ ਕਿ ਉਹ ਵੀ ਪੋਲੀਟਿਕਸਾਂ ਦੇ ਬਿਲਕੁਲ ਥੱਲੇ ਲੱਗ ਗਿਆ? ਮੈਂ ਆਪਣੀ ਪਹਿਲਾਂ ਗੱਲਬਾਤ 'ਚ ਤੁਹਾਨੂੰ ਦੱਸ ਗਿਆ ਕਿ ਉਹਨਾਂ ਨੂੰ ਅਲੱਗ-ਅਲੱਗ ਪਿੰਜਰੇ ਬਣਾ ਦਿੱਤੇ ਗਏ ਆ। ਉਹਨਾਂ ਪਿੰਜਰਿਆਂ ਦੇ ਵਿੱਚ ਉਹ ਬੈਠ ਕੇ ਅਤੇ ਬੜੀਆਂ ਆਪਦੀਆਂ ਗੋਸ਼ਟੀਆਂ ਕਰਦੇ ਆ, ਬੜੀਆਂ ਮਤਲਬ ਕਿਤਾਬਾਂ ਰਿਲੀਜ਼ ਹੁੰਦੀਆਂ, ਕਵਿਤਾਵਾਂ ਪੜ੍ਹੀਆਂ ਜਾਂਦੀਆਂ। ਜਿਵੇਂ ਕਿ ਇੱਥੇ ਪੰਜਾਬ ਦੇ ਵਿੱਚ ਬਹੁਤ ਸਭ ਕੁਝ ਚੰਗਾ ਹੋ ਰਿਹਾ ਹੋਵੇ, ਅਤੇ ਉਹ ਐਨਕਾਂ ਲਾਈਆਂ ਹੋਈਆਂ ਉਹਨਾਂ ਨੇ, ਠੀਕ ਆ। ਕਹਿੰਦੇ ਸਾਉਣ ਦਾ ਅੰਨਾ ਜਿਹੜਾ ਉਹਨੂੰ ਸਭ ਕੁਝ ਹਰਾ ਦਿਸਦਾ, ਤਾਂ ਉਹਨਾਂ ਦੇ ਹਰੀਆਂ ਐਨਕਾਂ ਲੱਗੀਆਂ ਹੋਈਆਂ ਤਾਂ ਕਿ ਉਹਨਾਂ ਨੂੰ ਦਿਖਾਈ ਨਹੀਂ ਦਿੰਦਾ। ਉਹ ਜਿਹੜਾ ਹੈ ਪੰਜਾਬ ਡਿਊਟੀ ਉਹਨਾਂ ਦੀ ਹੈਗੀ ਸੀ ਇਹਨਾਂ ਚੀਜ਼ਾਂ ਨੂੰ ਵਾਚ ਕਰਨਾ, ਅਤੇ ਜਿਹੜੇ ਇਸ ਤਰ੍ਹਾਂ ਦੀ ਕੋਈ ਜਾਗਰਤੀ ਜਿਹੜੀ ਹੈਗੀ ਆ ਯੂਥ ਵਿੱਚ ਜਾਂ ਪੰਜਾਬ ਦੇ ਵਿੱਚ, ਉਹਨੂੰ ਫੈਲਾਈ ਜਾਂਦੇ। ਪਰ ਉਹ ਸਾਰੇ ਦੇ ਸਾਰੇ ਉਹਨਾਂ ਨੂੰ ਬਿਲਕੁਲ ਉਹਨਾਂ ਨੇ ਕੈਪਚਰ ਕਰਕੇ ਸਿਸਟਮ ਨੇ ਉਹਨਾਂ ਨੂੰ ਉਹ ਇੱਕ ਮਤਲਬ ਉਹੋ ਜਿਹੀਆਂ ਮਤਲਬ ਜਿਹੜੀਆਂ ਕਹਿ ਸਕਦੇ ਹਾਂ ਆਪਾਂ ਸੁਨਹਿਰੀ ਕੰਧਾਂ, ਜਿਹੜੇ ਮਤਲਬ ਰੰਗੀਲੀਆਂ ਕੰਧਾਂ 'ਚ ਕੈਦ ਕਰ ਲਿਆ ਉਹਨਾਂ ਨੂੰ, ਜਿਹੜਾ ਕਿ ਉਹਨਾਂ ਨੂੰ ਉਸ ਤੋਂ ਬਾਅਦ ਦਿਖਾਈ ਨਹੀਂ ਦਿੰਦਾ ਕੁਛ ਵੀ। ਇਸ ਤੋਂ ਬਾਅਦ ਵੀ ਅਸੀਂ ਝਾਕਣਾ, ਸਾਡੀ ਡਿਊਟੀਆਂ ਹੈਗੀਆਂ। ਉਹ ਸਾਹਿਤਕਾਰ ਸਾਡਾ ਜਿਹੜਾ ਹੈਗਾ, ਬੁੱਧੀਜੀਵੀ ਹੈਗਾ, ਬਹੁਤ ਦੇਰ ਤੋਂ ਆਪਣੀ ਜਿਹੜੀ ਹੈਗੀ ਹੈ ਜਿਹੜੀ ਡਿਊਟੀਆਂ ਛੱਡ ਕੇ ਬੈਠੇ ਹੈ, ਅਤੇ ਗੋਸ਼ਟੀਆਂ ਦੇ ਵਿੱਚੋਂ ਤਾਂ ਵਿਚਾਰਾਂ ਵਿੱਚੋਂ ਤਾਂ ਕੁਛ ਨਿਕਲਦਾ ਨਹੀਂ ਪ੍ਰੈਕਟੀਕਲੀ। ਜੇ ਕੁਛ ਹੋਵੇ, ਪਿੱਛੇ ਕਿਸਾਨ ਅੰਦੋਲਨ ਸੀ, ਕਿੱਡੀ ਵੱਡੀ ਇੱਕ ਜਾਗਰਤੀ ਆਈ ਪੰਜਾਬ ਦੇ ਵਿੱਚ। ਉਸ ਤੋਂ ਬਾਅਦ ਇਲੈਕਸ਼ਨ ਦਾ ਹੋਇਆ, ਉਹਦੇ ਵਿੱਚ ਪੰਜਾਬੀਆਂ ਨੇ ਬਹੁਤ ਵਧੀਆ ਵੋਟਿੰਗ ਕੀਤੀ। ਫਿਰ ਸੰਗਰੂਰ ਦਾ ਇਲੈਕਸ਼ਨ ਹੋਇਆ, ਇਹ ਜਾਗਰਤੀ ਨਾਲ ਹੀ ਹੋਇਆ ਨਾ। ਪਰ ਉਹ ਜਾਗਰਤੀ ਇਹਨਾਂ ਲੋਕਾਂ ਨੇ ਨਹੀਂ ਲੈਂਦੀ ਜਿਨ੍ਹਾਂ ਨੇ ਮਤਲਬ ਡਿਊਟੀ ਬਣਦੀ ਸੀ। ਉਹ ਕਿਸਾਨ ਅੰਦੋਲਨ 'ਚੋਂ ਆਈ। ਅੰਦੋਲਨ ਦੇ ਵਿੱਚੋਂ ਭਾਵੇਂ ਅਸੀਂ ਫੇਲ ਹੋ ਕੇ ਆਏ,
ਪਰ ਉੱਥੋਂ ਜਾਗਰਤੀ ਬਹੁਤ ਵੱਡੀ ਆਈ ਹੈ। ਠੀਕ ਹੈ, ਬਹੁਤ ਵੱਡੀ ਇੱਕ ਪੰਜਾਬੀਅਤ ਦੀ ਜਿਹੜੀ ਮਤਲਬ ਦੁਬਾਰਾ ਇੱਕ ਵਾਰੀ ਲੱਗਦਾ ਸੀ ਕਿ ਸਟੇਟ ਬਿਲਕੁਲ ਖਤਮ ਹੋਈ ਹੈ, ਉੱਥੋਂ ਲੱਗਿਆ। ਉਸ ਤੋਂ ਬਾਅਦ ਜਾਗ ਜਿਹੜੀ ਉਹ ਲੱਗ ਗਈ ਹੈ। ਉਸ ਤੋਂ ਬਾਅਦ ਅਸੀਂ ਬਿਲਕੁਲ ਜਾਗਦੇ ਹਾਂ। ਅੱਜ ਦੀ ਡੇਟ ਵਿੱਚ ਵੀ ਸੋਸ਼ਲ ਮੀਡੀਆ ਕਰਕੇ ਜਿਹੜੀ ਹੈਗੀ ਬਹੁਤ ਵੱਡੀ ਅਵੇਅਰਨੈਸ ਹੈਗੀ ਹੈ, ਅਤੇ ਗੱਲ ਤਾਂ ਪਹੁੰਚਦੀ ਹੈ। ਗੱਲ ਤਾਂ ਹੈ, ਪਰ ਉਹੀ ਆਪਾਂ ਪਹਿਲਾਂ ਕਹਿ ਕੇ ਹਟੇ ਹਾਂ ਵੀ ਅਗਾਂਹ ਜਿਹੜੀ ਆਪਣੇ ਯੰਗਸਟਰ ਹੈ ਜਾਂ ਜਿਨ੍ਹਾਂ ਤੱਕ ਮੈਸੇਜ ਸਹੀ ਪਹੁੰਚਾਉਣਾ ਹੈ, ਉਹ ਡਿਊਟੀਆਂ ਜਿਹੜੀਆਂ ਹੈਗੀਆਂ ਬੁੱਧੀਜੀਵੀਆਂ ਦੀਆਂ, ਪ੍ਰੋਫੈਸਰਾਂ ਦੀਆਂ, ਪੇਰੈਂਟਸ ਦੀਆਂ, ਸਭ ਦੀਆਂ ਸਾਂਝੀਆਂ ਹੈਗੀਆਂ। ਉਹਦੇ 'ਤੇ ਨਿਗਾਹ ਮਾਰਨ ਦੀ ਲੋੜ ਹੈ। ਅਤੇ ਨਹੀਂ ਤਾਂ ਗਵਾਉਣ ਨੂੰ ਤਾਂ ਮੈਂ ਪਹਿਲਾਂ ਹੀ ਕਿਹਾ ਵੀ ਪਹਿਲਾਂ ਵੀ ਜਿਹੜੇ ਡੈਮੇਜ ਬੱਚੇ ਇੱਥੋਂ ਗਏ ਹੋਏ ਆ, ਬਾਹਰ ਜਾ ਕੇ ਵੀ ਹਾਲਾਤ ਉਹ ਖਰਾਬ ਕਰੀ ਜਾਂਦੇ ਆ। ਜਿਹੜੇ ਇੱਥੇ ਬੈਠੇ ਇੱਥੇ ਵੇਖਦੇ ਤੁਸੀਂ, ਪਹਿਲਾਂ ਨਸ਼ਿਆਂ ਦੇ ਹਾਲਾਤ ਵਿੱਚ ਇਕੱਲੇ ਮੁੰਡਿਆਂ ਨੂੰ ਆਪਾਂ ਦੇਖਦੇ ਸੀ, ਅੱਜ ਕੱਲ੍ਹ ਕੁੜੀਆਂ ਵੀ ਸੜਕਾਂ 'ਤੇ ਤੁਰੀਆਂ ਫਿਰਦੀਆਂ। ਤਾਂ ਇਹ ਇਸ ਸਰਕਾਰ ਦਾ ਫੇਲਰ ਹੈ ਨਵੀਂ ਦਾ, ਕਿ ਜਿਹਨੇ 7 ਮਹੀਨਿਆਂ ਦੇ ਵਿੱਚ ਵੀ ਆਪਣਾ ਐਡਾ ਵੱਡਾ ਜਲੂਸ ਕੱਢ ਲਿਆ ਅਤੇ ਕਿਸੇ ਤਰ੍ਹਾਂ ਦਾ ਕੰਟਰੋਲ ਨਹੀਂ ਹੈਗਾ। ਹੁਣ ਮੁਕਾਬਲੇ ਬਣਾਉਣੇ ਸ਼ੁਰੂ ਕਰ ਦਿੱਤੇ ਆ, ਕਿੱਡੀਆਂ ਵੱਡੀਆਂ ਵਾਰਦਾਤਾਂ ਹੋਈਆਂ। ਤਾਂ ਸਾਰੇ ਪੱਖਾਂ ਤੋਂ ਇਸ ਸਰਕਾਰ ਦਾ ਵੀ ਫੇਲਰ ਜਿਹੜਾ ਹੈਗਾ, ਇਹਨਾਂ ਨੇ 6 ਮਹੀਨਿਆਂ ਦੇ ਵਿੱਚ ਹੀ ਦੱਸ ਦਿੱਤਾ ਕਿ ਅਸੀਂ ਉਹਨਾਂ ਦੇ ਹੀ ਪੈਰੋਕਾਰ ਹਾਂ ਜਿਹੜੇ ਕਿ ਪਹਿਲਾਂ ਰਹੇ ਸੀਗੇ, ਅਤੇ ਪੰਜਾਬੀਆਂ ਨੂੰ ਫਿਰ ਇੱਕ ਵਾਰੀ ਕਿਸੇ ਨਵੇਂ ਪਲੇਟਫਾਰਮ ਵੱਲ ਝਾਤੀ ਮਾਰਨ ਦੀ ਲੋੜ ਪੈਣੀ ਹੈ, ਜਿਹੜਾ ਕਿ ਅੱਜ ਤਾਂ ਦਿਖਾਈ ਨਹੀਂ ਦਿੰਦਾ। ਅਤੇ ਬਾਕੀ ਆਉਣ ਵਾਲੇ ਸਮੇਂ 'ਚ ਜੇ ਕੁਛ ਲੋਕ ਉੱਠਣਗੇ ਤਾਂ ਸ਼ਾਇਦ ਕੋਈ ਪੰਜਾਬ ਦਾ ਭਲਾ ਹੋਵੇ।